गुड मॉर्निंग स्टूडेंट्स, वेलकम टू यूट्यूब चैनल। हाँ जी बेटा, जो अपना टॉपिक है मंग का सिद्धांत, थ्योरी ऑफ डिमांड। अपना थर्ड चैप्टर है माइक्रो इकोनॉमिक्स का। फस्ट इज़ द मीनिंग है, मीनिंग ऑफ डिमांड। देखो, अर्थशास्त्र ਦੇ ਵਿੱਚ ਮੰਗ ਸ਼ਬਦ ਦੀ ਵਰਤੋਂ ਵਿਸ਼ੇਸ਼ ਅਰਥਾਂ 'ਚ ਕੀਤੀ ਜਾਂਦੀ ਹੈ। ਕਹਿੰਦੇ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇੱਛਾ, ਲੋੜ ਤੇ ਮੰਗ ਤਿੰਨ ਸ਼ਬਦਾਂ ਦੀ ਵਰਤੋਂ ਹੈ ਜਿਹੜੀ ਇੱਕੋ ਜਿਹੇ ਅਰਥਾਂ ਵਿੱਚ ਕੀਤੀ ਜਾਂਦੀ ਹੈ। ਬਟ ਅਰਥਸ਼ਾਸਤਰ ਦੇ ਵਿੱਚ ਇਹਨਾਂ ਦੇ ਤਿੰਨੋਂ ਦੇ ਮੀਨਿੰਗ ਅਲੱਗ-ਅਲੱਗ ਹੋਣਗੇ। ਜਿਵੇਂ ਸਪੋਜ਼ ਕਰ ਲਓ, ਸਭ ਤੋਂ ਪਹਿਲਾਂ ਆਪਾਂ ਇੱਛਾ ਦੀ ਗੱਲ ਕਰ ਰਹੇ ਹਾਂ। ਹੁਣ ਇੱਛਾ ਦਾ ਮਤਲਬ ਕੀ ਹੁੰਦਾ? ਡਿਜ਼ਾਇਰ, ਜਿਹਨੂੰ ਆਪਾਂ ਬੋਲਦੇ ਹਾਂ। ਇੱਛਾ ਦਾ ਮਤਲਬ ਹੈ ਵੀ ਜਿਸ ਟਾਈਮ ਸਿਰਫ ਆਪਣੇ ਮਨ ਦੇ ਵਿੱਚ ਇੱਛਾ ਹੈ ਵੀ ਸਾਡੇ ਕੋਲ ਟੀਵੀ ਹੋਵੇ, ਕਾਰ ਹੋਵੇ, ਵੱਡਾ ਮਕਾਨ ਹੋਵੇ, ਠੀਕ ਹੈ। ਬਟ ਆਪਣੇ ਕੋਲ ਉਸ ਟਾਈਮ ਕੋਈ ਵੀ ਧਨ ਨਹੀਂ ਹੈਗਾ, ਮਤਲਬ ਨੋ ਮਨੀ। ਸਿਰਫ ਕੀ ਹੈ ਆਪਣੇ ਕੋਲ? ਇਹ ਇੱਕ ਇੱਛਾ। ਉਸ ਟਾਈਮ ਆਪਾਂ ਇਹਨੂੰ ਮੰਗ ਨਹੀਂ ਕਹਿ ਸਕਦੇ, ਠੀਕ ਹੈ। ਹੁਣ ਜਿਸ ਟਾਈਮ ਕੀ ਹੈ ਆਪਣੇ ਕੋਲ ਆਪਣੇ ਮਨ ਦੇ ਵਿੱਚ ਇੱਛਾ ਵੀ ਹੈਗੀ ਹੈ, ਆਪਣੇ ਕੋਲ ਧਨ ਵੀ ਆ ਜਾਂਦਾ, ਠੀਕ ਹੈ, ਤਾਂ ਆਪਣੇ ਲਈ ਉਹ ਇੱਕ ਲੋੜ ਬਣ ਜਾਂਦੀ ਹੈ, ਵਾਂਟ ਬਣ ਜਾਂਦੀ ਹੈ, ਠੀਕ ਹੈ। ਪਰ ਫਿਰ ਵੀ ਆਪਾਂ ਇਹਨੂੰ ਮੰਗ ਨਹੀਂ ਕਹਿ ਸਕਦੇ। ਮੰਗ ਆਪਾਂ ਇਹਨੂੰ ਕਿਸ ਟਾਈਮ ਕਹਾਂਗੇ? ਵੀ ਜਿਸ ਟਾਈਮ ਆਪਣੇ ਮਨ ਦੇ ਵਿੱਚ ਇੱਛਾ ਵੀ ਹੈ, ਠੀਕ ਹੈ, ਆਪਣੇ ਕੋਲ ਲੋੜੀਂਦਾ ਧਨ ਵੀ ਹੈਗਾ ਔਰ ਆਪਾਂ ਉਹਨੂੰ ਖਰਚਣ ਦੇ ਲਈ ਤਿਆਰ ਵੀ ਹਾਂ, ਤਾਂ ਉਸ ਟਾਈਮ ਆਪਾਂ ਉਹਨੂੰ ਕੀ ਕਹਾਂਗੇ? ਮੰਗ ਕਹਿ ਸਕਦੇ ਹਾਂ। ਸੋ ਡੈਫੀਨੇਸ਼ਨ ਆਪਾਂ ਕੀ ਬਣਾ ਸਕਦੇ ਹਾਂ ਇਹਦੀ? ਕਹਿੰਦੇ ਜੇਕਰ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਤੱਤ ਸਮਾਨ ਰਹਿਣ ਤਾਂ ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਇੱਕ ਉਪਭੋਗਤਾ ਸਮੇਂ ਦੀ ਨਿਸ਼ਚਿਤ ਮਿਆਦ ਵਿੱਚ ਨਿਸ਼ਚਿਤ ਕੀਮਤ 'ਤੇ ਖਰੀਦਣ ਦੇ ਲਈ ਇੱਛੁਕ ਵੀ ਹੈ ਅਤੇ ਯੋਗ ਵੀ ਹੈ, ਠੀਕ ਹੈ। ਯੋਗ ਦਾ ਮਤਲਬ ਵੀ ਆਪਣੇ ਕੋਲ ਜਿੰਨਾ ਉਸ ਮਤਲਬ ਵਸਤੂ ਦੇ ਲਈ ਧਨ ਚਾਹੀਦਾ ਉਹ ਹੈਗਾ, ਠੀਕ ਹੈ। ਸੋ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਡੈਫੀਨੇਸ਼ਨ ਕਰ ਸਕਦੇ ਹੋ, ਲਾਈਕ ਜਿਵੇਂ ਪ੍ਰੋਫੈਸਰ ਬੇਹਨਮ ਵਾਲੀ ਹੈ। ਕਹਿੰਦੇ ਇੱਕ ਨਿਸ਼ਚਿਤ ਕੀਮਤ ਦੇ ਉੱਤੇ ਕਿਸੇ ਵਸਤੂ ਦੀ ਮੰਗ ਉਹ ਮਾਤਰਾ ਹੈ ਜੋ ਉਸ ਕੀਮਤ 'ਤੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਖਰੀਦੀ ਜਾਊਗੀ। ਸੋ ਡਿਮਾਂਡ ਫॉर ਐਨੀਥਿੰਗ ਐਟ ਗਿਵਨ ਪ੍ਰਾਈਸ ਆਫ ਅਮਾਊਂਟ ਆਫ ਇਟ ਵਿਚ ਵਿਲ ਬੌਟ ਪਰ ਯੂਨਿਟ ਆਫ ਟਾਈਮ ਐਟ ਦੈਟ ਪ੍ਰਾਈਸ, ਠੀਕ ਹੈ। ਵੀ ਜਿੰਨੀ ਉਸ ਟਾਈਮ ਉਸ ਦੀ ਕੀਮਤ ਹੈਗੀ ਹੈ ਉਹਦੇ ਅਕੋਰਡਿੰਗ ਉਹਨੂੰ ਖਰੀਦਣ ਦੇ ਲਈ ਤਿਆਰ ਹੈ, ਠੀਕ ਹੈ। ਉਹਨੂੰ ਆਪਾਂ ਮੰਗ ਕਹਿ ਦਿੰਦੇ ਹਾਂ। ਸੋ ਮੰਗ ਹੈ ਆਪਣੇ ਕੋਲ ਕਹਿੰਦੇ 5 ਤੱਤਾਂ ਦੇ ਉੱਪਰ ਨਿਰਭਰ ਕਰਦੀ ਹੈ। ਇੱਕ ਤਾਂ ਹੈਗੀ ਵਸਤੂ ਦੀ ਇੱਛਾ। ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਕਹਿੰਦੇ ਧਨ ਖਰਚਣ ਦੇ ਲਈ ਤਤਪਰ, ਮਤਲਬ ਤਿਆਰ ਰਹਿਣਾ। ਵਸਤੂ ਦੀ ਮੰਗ ਦੇ ਲਈ ਮਾਤਰਾ ਅਤੇ ਕੀਮਤ ਦੇ ਵਿੱਚ ਸੰਬੰਧ, ਠੀਕ ਹੈ। ਮੰਗ ਦੀ ਮਾਤਰਾ ਦਾ ਸਮੇਂ ਦੇ ਨਾਲ ਸੰਬੰਧ। ਇਹ 5 ਗੱਲਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਮੰਗ ਦੇ ਟਾਈਮ ਦੇ ਵਿੱਚ। ਅੱਗੇ ਮੰਗ ਦੀਆਂ ਕਿਸਮਾਂ ਆ ਗਈਆਂ। ਫਸਟ ਹੈਗੀ ਆਪਣੇ ਕੋਲ ਪ੍ਰਾਈਸ ਡਿਮਾਂਡ, ਕੀਮਤ ਮੰਗ। ਕਹਿੰਦੇ ਕੀਮਤ ਮੰਗ ਕਿਹੜੀ ਹੋਊ? ਕਹਿੰਦੇ ਹੋਰ ਗੱਲਾਂ ਸਮਾਨ ਰਹਿਣ 'ਤੇ ਕਿਸੇ ਵਸਤੂ ਦੀ ਕੀਮਤ ਅਤੇ ਮੰਗ ਦੇ ਵਿੱਚ ਸੰਬੰਧ ਨੂੰ ਪ੍ਰਗਟ ਕਰਦੀ ਹੈ। ਮਤਲਬ ਕੀਮਤ ਦੇ ਵਿੱਚ ਅਤੇ ਮੰਗ ਦੇ ਵਿੱਚ ਜਿਹੜਾ ਰਿਲੇਸ਼ਨ ਹੈ ਉਹਨੂੰ ਆਪਾਂ ਕੀਮਤ ਮੰਗ ਕਹਿ ਸਕਦੇ ਹਾਂ। ਵੈਸੇ ਇਹਨਾਂ ਦੇ ਵਿੱਚ ਇਨਵਰਸਲ ਰਿਲੇਸ਼ਨ ਪਾਇਆ ਜਾਂਦਾ ਹੈ। ਜਿਸ ਟਾਈਮ ਕੀਮਤ ਘੱਟ ਹੁੰਦੀ ਹੈ ਮੰਗ ਜ਼ਿਆਦਾ ਹੋਊਗੀ, ਠੀਕ ਹੈ। ਅਗਰ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਮੰਗ ਘੱਟ ਹੁੰਦੀ ਹੈ, ਠੀਕ ਹੈ। ਤਾਂ ਆਪਾਂ ਇਹਨੂੰ ਇੱਕ ਆਪਾਂ ਇਹ ਸਮੀਕਰਨ ਵੀ ਲੈ ਰਹੇ ਹਾਂ, dx ਇਜ਼ ਇਕੁਅਲ ਟੂ ਫੰਕਸ਼ਨ ਆਫ px। ਮਤਲਬ ਡਿਮਾਂਡ ਆਫ ਐਕਸ ਕਮੋਡਿਟੀ ਇਜ਼ ਇਕੁਅਲ ਟੂ ਫੰਕਸ਼ਨ ਆਫ ਪ੍ਰਾਈਸ ਆਫ ਐਕਸ ਕਮੋਡਿਟੀ। ਕਹਿੰਦਾ ਮਤਲਬ ਜੋ ਐਕਸ ਵਸਤੂ ਹੈ ਉਹ ਕਿਹਦੇ ਉੱਪਰ ਡਿਪੈਂਡ ਕਰਦੀ ਹੈ? ਐਕਸ ਵਸਤੂ ਦੀ ਪ੍ਰਾਈਸ ਦੇ ਉੱਪਰ, ਠੀਕ ਹੈ। ਇਹਨਾਂ ਦੇ ਵਿੱਚ ਕਿਹੜਾ ਸੰਬੰਧ ਹੈ? ਰਿਣਾਤਮਕ ਸੰਬੰਧ ਪਾਇਆ ਜਾਂਦਾ ਹੈ, ਠੀਕ ਹੈ। ਮਤਲਬ ਉਲਟ ਸੰਬੰਧ ਪਾਇਆ ਜਾਂਦਾ ਹੈ। ਅਗਰ ਪ੍ਰਾਈਸ ਘਟਦੀ ਹੈ ਡਿਮਾਂਡ ਵੱਧ ਜਾਂਦੀ ਹੈ, ਅਗਰ ਪ੍ਰਾਈਸ ਵੱਧਦੀ ਹੈ ਤਾਂ ਡਿਮਾਂਡ ਘੱਟ ਹੋ ਜਾਂਦੀ ਹੈ। ਇਹਨੂੰ ਹੀ ਆਪਾਂ ਮੰਗ ਦਾ ਨਿਯਮ ਵੀ ਬੋਲਦੇ ਹਾਂ। ਸੈਕਿੰਡ ਆ ਗਿਆ ਆਮਦਨ ਮੰਗ, ਇਨਕਮ ਡਿਮਾਂਡ। ਇਹ ਕੀ ਹੋਊਗੀ? ਕਹਿੰਦੇ ਹੋਰ ਗੱਲਾਂ ਸਮਾਨ ਰਹਿਣ 'ਤੇ ਕਿਸੇ ਉਪਭੋਗਤਾ ਦੀ ਆਮਦਨ ਅਤੇ ਵਸਤੂ ਦੀ ਮੰਗ ਦੇ ਵਿੱਚ ਸੰਬੰਧ ਨੂੰ ਦੱਸ ਰਹੀ ਹੈ। ਮਤਲਬ ਉਪਭੋਗਤਾ ਦੀ ਆਮਦਨ ਅਤੇ ਵਸਤੂ ਦਾ ਸੰਬੰਧ ਦੱਸਿਆ ਗਿਆ ਇਹਦੇ ਵਿੱਚ। ਕਹਿੰਦੇ ਉਪਭੋਗਤਾ ਦੀ ਆਮਦਨ ਦੇ ਵੱਖ-ਵੱਖ ਪੱਧਰਾਂ 'ਤੇ ਕਿਸੇ ਵਸਤੂ ਦੀ ਕਿੰਨੀ ਮਾਤਰਾ ਖਰੀਦੂਗਾ। ਇਹਦਾ ਮਤਲਬ dx ਇਜ਼ ਇਕੁਅਲ ਟੂ ਫੰਕਸ਼ਨ ਆਫ y। ਮਤਲਬ ਡਿਮਾਂਡ ਆਫ ਐਕਸ ਕਮੋਡਿਟੀ ਇਜ਼ ਇਕੁਅਲ ਟੂ ਫੰਕਸ਼ਨ ਆਫ ਇਨਕਮ y। ਸੋ ਡਿਮਾਂਡ ਹੈ ਕਹਿੰਦੇ ਜਿਹੜੀ ਉਹ ਇਨਕਮ ਦੇ ਉੱਪਰ ਵੀ ਡਿਪੈਂਡ ਕਰਦੀ ਹੈ। ਇਹਨਾਂ ਦੇ ਵਿੱਚ ਮੋਸਟਲੀ ਡਾਇਰੈਕਟ ਰਿਲੇਸ਼ਨ ਪਾਇਆ ਜਾਂਦਾ, ਮਤਲਬ ਆਮਦਨ ਵਧਣ ਦੇ ਨਾਲ ਮੰਗ ਵੱਧ ਜਾਂਦੀ ਹੈ, ਆਮਦਨ ਘੱਟ ਹੋਣ ਦੇ ਨਾਲ ਘੱਟ ਜਾਂਦੀ ਹੈ। ਬਟ ਅਗਰ ਆਪਾਂ ਘਟੀਆ ਵਸਤੂ ਦੇ ਰਿਲੇਸ਼ਨ ਦੇ ਵਿੱਚ ਦੇਖੀਏ ਤਾਂ ਇਹਦੇ ਵਿੱਚ ਇਨਵਰਸਲ ਰਿਲੇਸ਼ਨ ਪਾਇਆ ਜਾਂਦਾ। ਅਗਰ ਆਪਣੀ ਇਨਕਮ ਘੱਟ ਜੂਗੀ ਤਾਂ ਘਟੀਆ ਵਸਤੂਆਂ ਦੀ ਮੰਗ ਵੱਧ ਜਾਂਦੀ ਹੈ, ਅਗਰ ਇਨਕਮ ਵੱਧ ਹੋ ਜਾਂਦੀ ਹੈ ਤਾਂ ਘਟੀਆ ਵਸਤੂਆਂ ਦੀ ਮੰਗ ਹੈ ਘੱਟ ਹੋ ਜਾਂਦੀ ਹੈ, ਠੀਕ ਹੈ। ਇੱਕ ਆਪਣੇ ਕੋਲ ਗਿਫਨ ਵਸਤੂਆਂ ਵੀ ਨੇ, ਠੀਕ ਹੈ। ਗਿਫਨ ਵਸਤੂਆਂ ਵੀ ਇੱਕ ਤਰ੍ਹਾਂ ਦੀ ਘਟੀਆ ਵਸਤੂਆਂ ਹੀ ਹੁੰਦੀਆਂ ਨੇ, ਪਰ ਗਿਫਨ ਵਸਤੂਆਂ ਉਹ ਹੁੰਦੀਆਂ ਨੇ ਜਿਹਦੇ ਵਿੱਚ ਆਮਦਨ ਵਧਣ ਦੇ ਨਾਲ ਮੰਗ ਹੈ, ਆਮਦਨ ਵਧਣ ਦੇ
ਇਹ ਮੰਗ ਜਿਹੜੀ ਘੱਟ ਹੋ ਜਾਂਦੀ ਹੈ। ਅੱਗੇ ਆੜੀ ਮੰਗ, ਕ੍ਰੋਸ ਡਿਮਾਂਡ। ਕਹਿੰਦੇ ਆੜੀ ਮੰਗ ਕਿਹੜੀ ਹੋਊਗੀ, ਕ੍ਰੋਸ ਡਿਮਾਂਡ ਕਿਹੜੀ ਹੈ? ਕਹਿੰਦੇ ਹੋਰ ਗੱਲਾਂ ਸਮਾਨ ਨੇ ਤੇ ਕਿਸੇ ਵਸਤੂ A ਦੀ ਮੰਗ ਉਹਨਾਂ ਨਾਲ ਸੰਬੰਧਿਤ ਕਿਸੇ ਵਸਤੂ B ਦੀ ਕੀਮਤ ਦੇ ਨਾਲ ਸੰਬੰਧ ਨੂੰ ਦੱਸਿਆ ਜਾਂਦਾ ਹੈ। ਸੋ ਕਹਿੰਦੇ ਵਸਤੂ B ਦੀਆਂ ਵੱਖ-ਵੱਖ ਕੀਮਤਾਂ ਦੇ ਵਸਤੂ A ਦੀ ਕਿੰਨੀ ਮਾਤਰਾ ਦੀ ਮੰਗ ਕੀਤੀ ਜਾਂਦੀ ਹੈ। ਠੀਕ ਹੈ, ਇਹਨੂੰ ਆਪਾਂ ਕ੍ਰੋਸ ਡਿਮਾਂਡ ਬੋਲ ਰਹੇ ਹਾਂ। ਮਤਲਬ ਡਿਮਾਂਡ ਆਫ X ਕਮੋਡਿਟੀ ਇਜ਼ ਇਕੁਅਲ ਟੂ ਫੰਕਸ਼ਨ ਆਫ ਪ੍ਰਾਈਸ ਆਫ Y ਕਮੋਡਿਟੀ। ਮਤਲਬ ਦੂਸਰੀ ਵਸਤੂ ਦੀ ਪ੍ਰਾਈਸ ਦਾ ਪਹਿਲੀ ਵਸਤੂ ਦੀ ਡਿਮਾਂਡ ਦੇ ਉੱਪਰ ਕੀ ਇਫੈਕਟ ਪੈ ਰਿਹਾ ਇਹ ਆਪਾਂ ਦੱਸਦੇ ਹਾਂ। ਜਿਵੇਂ ਚਾਹ ਅਤੇ ਕੌਫੀ ਆ ਜਾਂਦਾ, ਇਹਦੇ ਵਿੱਚ ਪ੍ਰਤੱਖ ਸੰਬੰਧ ਪਾਇਆ ਜਾਂਦਾ ਹੈ। ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੌਫੀ ਦੀ ਕੀਮਤ ਵਧਣ 'ਤੇ ਚਾਹ ਦੀ ਮੰਗ ਹੈ ਜਿਹੜੀ ਉਹ ਵੱਧ ਜੂਗੀ, ਜਾਂ ਕੌਫੀ ਦੀ ਕੀਮਤ ਘੱਟ ਹੋਣ 'ਤੇ ਚਾਹ ਦੀ ਮੰਗ ਘੱਟ ਜੂਗੀ। ਠੀਕ ਹੈ, ਇਹੀ ਰਿਲੇਸ਼ਨ ਜਿਵੇਂ ਆਪਾਂ ਪੂਰਕ ਵਸਤੂਆਂ ਦੇ ਵਿੱਚ ਵੀ ਦੇਖ ਲੈਂਦੇ ਹਾਂ। ਕਹਿੰਦੇ ਜਿਵੇਂ ਸਿਆਹੀ ਅਤੇ ਪੈੱਨ ਹੈ, ਇਹਦੇ ਵਿੱਚ ਜਿਹੜੀ ਆੜੀ ਮੰਗ ਹੈ ਪੈੱਨ ਦੀ ਕੀਮਤ ਦੇ ਨਾਲ ਉਲਟ ਸੰਬੰਧ ਹੁੰਦਾ। ਪੈੱਨ ਦੀ ਕੀਮਤ ਵਧਣ 'ਤੇ ਸਿਆਹੀ ਦੀ ਮੰਗ ਘੱਟ ਜਾਂਦੀ ਹੈ, ਅਤੇ ਪੈੱਨ ਦੀ ਕੀਮਤ ਘੱਟ ਹੋਣ 'ਤੇ ਸਿਆਹੀ ਦੀ ਮੰਗ ਜਿਹੜੀ ਵੱਧ ਜਾਂਦੀ ਹੈ। ਠੀਕ ਹੈ, ਅੱਗੇ ਆ ਗਿਆ ਜੀ ਮੰਗ ਦੇ ਨਿਯਮ, ਲਾ ਆਫ ਡਿਮਾਂਡ। ਹੁਣ ਮੰਗ ਦੇ ਨਿਯਮ ਕੀ ਹੈ? ਕਹਿੰਦੇ ਹੋਰ ਦੂਜੀਆਂ ਗੱਲਾਂ ਸਮਾਨ ਰਹਿਣ 'ਤੇ ਕਿਸੇ ਵਸਤੂ ਦੀ ਆਪਣੀ ਕੀਮਤ ਵਧਣ 'ਤੇ ਉਹਦੀ ਮੰਗ ਘੱਟ ਜਾਂਦੀ ਹੈ, ਅਤੇ ਕੀਮਤ ਘੱਟ ਹੋਣ 'ਤੇ ਉਹਦੀ ਮੰਗ ਵੱਧ ਜਾਂਦੀ ਹੈ। ਲਾ ਆਫ ਡਿਮਾਂਡ ਆਪਾਂ ਨੂੰ ਕੀ ਦੱਸ ਰਿਹਾ ਕਿ ਲਾ ਆਫ ਡਿਮਾਂਡ ਦੈਟ ਅਦਰ ਥਿੰਗਸ ਰਿਮੇਨ ਕੌਨਸਟੈਂਟ and demand for goods rise with decrease in price and fall with the increase in price। ठीक है जी, बट जो डिमांड है अपने को वो किहड़े फैक्टर्स के उपर डिपेंड करती है। डी एक्स इज इक्वल टू फंक्शन ऑफ पी एक्स पी आर वाई टी ई। ਹੁਣ ਦੇਖੋ ਪੀ ਐਕਸ ਤਾਂ ਸਿੰਪਲ ਲਿਖਿਆ ਹੋਇਆ, ਪਰ ਪੀ ਆਰ ਵਾਈ ਟੀ ਅਤੇ ਈ ਦੇ ਉੱਪਰ ਇੱਕ ਛੋਟੀ ਛੋਟੀਆਂ ਬਾਰ ਪਾਈਆਂ ਹੋਈਆਂ ਨੇ। ਇਹਦਾ ਮਤਲਬ ਕੀ ਹੈ ਵੀ ਇਹ ਆਪਣੇ ਕੋਲ ਸਾਰੀਆਂ ਕਿਹਨੇ ਸੰਬੰਧਿਤ ਵਸਤੂਆਂ ਨੇ। ਠੀਕ ਹੈ, ਇਹਦਾ ਮਤਲਬ ਇਹ ਹੈ ਵੀ ਜੋ ਆਪਣੇ ਕੋਲ ਸਾਰੀਆਂ ਇਹ ਦਿੱਤੀਆਂ ਹੋਈਆਂ ਨੇ ਚਾਰੋਂ। ਠੀਕ ਹੈ, ਇਹਦੇ ਵਿੱਚ ਕੀ ਹੈ ਵੀ ਇਹਨਾਂ ਦਾ ਡਿਮਾਂਡ ਆਪਾਂ ਮੰਗ ਦੇ ਨਿਯਮ ਦੇ ਵਿੱਚ ਇਹ ਸਾਰਾ ਕੁਝ ਆਪਾਂ ਕੌਨਸਟੈਂਟ ਲੈ ਕੇ ਚੱਲਦੇ ਹਾਂ, ਜਿਨ੍ਹਾਂ ਦੇ ਉੱਪਰ ਬਾਰ ਪਾਈ ਹੋਈ ਹੈ ਵੀ ਇਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਸਿਰਫ ਪ੍ਰਾਈਸ ਆਫ ਐਕਸ ਕਮੋਡਿਟੀ ਦੇ ਵਿੱਚ ਚੇਂਜ ਹੋਣ ਦੇ ਨਾਲ ਹੀ ਡਿਮਾਂਡ ਦੇ ਉੱਪਰ ਇਫੈਕਟ ਪੈਂਦਾ। ਠੀਕ ਹੈ, ਇਹ ਕੌਨਸਟੈਂਟ ਨੇ ਜਿਹਦੇ ਕਰਕੇ ਆਪਾਂ ਇਹਨਾਂ ਦੇ ਉੱਪਰ ਬਾਰ ਲਿਖੀਆਂ ਹੋਈਆਂ ਨੇ। ਠੀਕ ਹੈ ਜੀ, ਅੱਗੇ ਇਸਦੀ ਡੈਫੀਨੇਸ਼ਨ ਹੈ। ਡੈਫੀਨੇਸ਼ਨ ਤੁਸੀਂ ਵੈਸੇ ਤਾਂ ਕੋਈ ਵੀ ਕਰ ਸਕਦੇ ਹੋ, ਬਟ ਮੈਂ ਮਾਰਸ਼ਲ ਵਾਲੀ ਪੜ੍ਹ ਰਹੀ ਹਾਂ। ਕਹਿੰਦੇ ਮੰਗ ਦਾ ਨਿਯਮ ਕੀ ਹੈ? ਕੀਮਤ ਵਿੱਚ ਕਮੀ ਹੋਣ ਦੇ ਕਰਕੇ ਮੰਗ ਵੱਧ ਜਾਂਦੀ ਹੈ, ਅਤੇ ਕੀਮਤ ਵਿੱਚ ਵਾਧਾ ਹੋਣ ਦੇ ਨਾਲ ਮੰਗ ਘੱਟ ਜਾਂਦੀ ਹੈ। ਠੀਕ ਹੈ, ਦੀ ਲਾ ਆਫ ਡਿਮਾਂਡ ਸਟੇਟਸ ਦੈਟ ਅਮਾਊਂਟ ਡਿਮਾਂਡਡ ਇਨਕਰੀਜ਼ ਵਿਦ ਫਾਲ ਇਨ ਪ੍ਰਾਈਸ ਐਂਡ ਡਿਮਿਨਿਸ਼ਿਜ਼ ਵੈਨ ਪ੍ਰਾਈਸ ਇਨਕਰੀਜ਼ਿਸ। ਅੱਗੇ ਅਜ਼ੰਪਸ਼ਨਸ ਨੇ, ਆਪਾਂ ਕੀ ਕੁਛ ਨਿਯਮ ਦੇ ਲਈ ਆਪਾਂ ਕੀ ਕੁਛ ਐਜ਼ਿਊਮ ਕਰਨਾ ਹੈ। ਫਸਟ ਕੀ ਹੈ ਆਪਣੇ ਕੋਲੇ ਕੰਜ਼ਿਊਮਰ ਦੀਆਂ ਜੋ ਟੇਸਟ ਐਂਡ ਪ੍ਰੈਫਰੈਂਸ ਨੇ, ਮਤਲਬ ਉਪਭੋਗਤਾ ਦੀਆਂ ਰੁਚੀ ਅਤੇ ਤਰਜੀਹਾਂ ਨੇ, ਇਹਨਾਂ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਨੋ ਚੇਂਜ ਇਨ ਟੇਸਟ ਐਂਡ ਪ੍ਰੈਫਰੈਂਸ। ਉਪਭੋਗਤਾ ਦੀ ਆਮਦਨ 'ਚ ਕੋਈ ਪਰਿਵਰਤਨ ਨਹੀਂ ਆਉਂਦਾ। ਨੋ ਚੇਂਜ ਇਨ ਕੰਜ਼ਿਊਮਰ ਇਨਕਮ। ਥਰਡ ਹੈ ਜੀ ਆਪਣੇ ਕੋਲ ਵਸਤੂਆਂ ਦੀਆਂ ਸੰਬੰਧਿਤ ਕੀਮਤਾਂ ਦੇ ਵਿੱਚ ਵੀ ਕੋਈ ਪਰਿਵਰਤਨ ਨਹੀਂ ਆਉਂਦਾ। ਨੋ ਚੇਂਜ ਇਨ ਪ੍ਰਾਈਸ ਆਫ ਰਿਲੇਟਡ ਗੁੱਡਸ। ਅਤੇ ਉਪਭੋਗਤਾ ਦੀ ਕੁੱਲ ਧਨ ਦੇ ਵਿੱਚ ਵੀ ਕੋਈ ਪਰਿਵਰਤਨ ਨਹੀਂ ਆਉਂਦਾ, ਮਤਲਬ ਨੋ ਚੇਂਜ ਇਨ ਵੈਲਥ ਆਫ ਕੰਜ਼ਿਊਮਰ। ਔਰ ਵਸਤੂ ਦੀ ਕੀਮਤ ਦੇ ਭਵਿੱਖ ਦੇ ਵਿੱਚ ਵੱਧ ਜਾਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਨੋ ਐਕਸਪੈਕਟੇਸ਼ਨਸ ਆਫ ਫਿਊਚਰ ਚੇਂਜ ਇਨ ਪ੍ਰਾਈਸ ਆਫ ਕਮੋਡਿਟੀ। ਮਤਲਬ ਇਹ 5 ਗੱਲਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਦੱਸ ਰਹੇ ਹਾਂ। ਇਹ ਨਿਯਮ ਦੇ ਵਿੱਚ ਇਹ ਸਾਰਾ ਕੁਝ ਕੀ ਹੈ? ਕੌਨਸਟੈਂਟ ਹੈ ਤਕਰੀਬਨ। ਠੀਕ ਹੈ, ਅੱਗੇ ਇਸ ਦਾ ਐਕਸਪਲੇਨੇਸ਼ਨ ਆਫ ਲਾ ਹੈ, ਇਹਨੂੰ ਐਕਸਪਲੇਨ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਆਪਾਂ ਇਹਦਾ ਮੀਨਿੰਗ ਹੀ ਦੁਬਾਰਾ ਰਿਪੀਟ ਕਰ ਸਕਦੇ ਹਾਂ। ਠੀਕ ਹੈ, ਮੰਗ ਦਾ ਅਤੇ ਕੀਮਤ ਦਾ ਵੀ ਇਹਨਾਂ ਵਿੱਚ ਕੀ ਰਿਲੇਸ਼ਨ ਪਾਇਆ ਜਾਂਦਾ, ਅਨੁਪਾਤਿਕ ਸੰਬੰਧ ਹੈ ਜਾਂ ਕਿਵੇਂ ਹੈ। ਠੀਕ ਹੈ, ਅੱਗੇ ਆਪਾਂ ਅਗਰ ਇਹਨਾਂ ਦੀ ਡਿਟੇਲ ਦੱਸਣੀ ਹੈ, ਅਗਰ ਇਹਨੂੰ ਐਕਸਪਲੇਨ ਕਰਨਾ ਹੈ ਤਾਂ ਆਪਾਂ ਨੂੰ ਡਿਮਾਂਡ ਸ਼ਡਿਊਲ ਔਰ ਡਿਮਾਂਡ ਕਰਵ ਬਣਾਉਣੀਆਂ ਪੈਣਗੀਆਂ। ਸੋ ਪਹਿਲਾਂ ਆਪਾਂ ਡਿਮਾਂਡ ਸ਼ਡਿਊਲ ਬਣਾਵਾਂਗੇ। ਕਹਿੰਦੇ ਡਿਮਾਂਡ ਸ਼ਡਿਊਲ ਹੈ ਆਪਣੇ ਕੋਲ 2 ਟਾਈਪ ਦੇ, ਇੰਡੀਵਿਜੂਅਲ ਡਿਮਾਂਡ ਸ਼ਡਿਊਲ ਐਂਡ ਮਾਰਕੀਟ ਡਿਮਾਂਡ ਸ਼ਡਿਊਲ। ਪਹਿਲੀ ਗੱਲ ਤਾਂ ਆਪਣੇ ਕੋਲ ਡਿਮਾਂਡ ਸ਼ਡਿਊਲ ਹੁੰਦਾ ਕੀ ਹੈ, ਜਿਹਦੇ ਵਿੱਚ ਕਹਿੰਦੇ ਆਪਾਂ ਕੀਮਤਾਂ ਦੇ ਵਿੱਚ ਅਤੇ ਵਸਤੂ ਦੀ ਮਾਤਰਾ ਦੇ ਵਿੱਚ ਆਪਾਂ ਸੰਬੰਧ ਦਿਖਾ ਰਹੇ ਹੁੰਦੇ ਹਾਂ। ਉਹ ਆਪਣੇ ਕੋਲ ਮੰਗ ਸੂਚੀ ਹੁੰਦੀ ਹੈ। ਠੀਕ ਹੈ, ਪਹਿਲੀ ਆ ਗਈ ਇੰਡੀਵਿਜੂਅਲ ਡਿਮਾਂਡ ਸ਼ਡਿਊਲ। ਇੰਡੀਵਿਜੂਅਲ ਕਿਹੜੀ ਹੋਊਗੀ? ਕਹਿੰਦੇ ਵਿਅਕਤੀਗਤ ਮੰਗ ਤਾਲਿਕਾ ਉਹ ਤਾਲਿਕਾ ਹੈ ਜੋ ਮੰਗ ਦੇ ਦੂਜੇ ਨਿਰਧਾਰਕ ਤੱਤਾਂ ਦੇ ਨਾ ਬਦਲਣ ਦੀ ਹਾਲਤ ਵਿੱਚ ਇੱਕ ਨਿਸ਼ਚਿਤ ਮੰਗ ਦੇ ਵਿੱਚ ਵਸਤੂ ਦੀਆਂ ਭਿੰਨ ਭਿੰਨ ਕੀਮਤਾਂ ਅਤੇ ਵਸਤੂ ਦੀ ਮੰਗੀ ਹੋਈ ਮਾਤਰਾ ਦੇ ਸੰਬੰਧ ਨੂੰ ਪ੍ਰਗਟ ਕਰਦੀ ਹੈ। ਸੋ ਵਿਅਕਤੀਗਤ ਮੰਗ ਤਾਲਿਕਾ ਦੀ ਜੋ ਡੈਫੀਨੇਸ਼ਨ ਹੈ ਉਹ ਕੀ ਆਪਣੇ ਕੋਲ ਕਹਿੰਦੇ ਉਹਨਾਂ ਮਾਤਰਾਵਾਂ ਦੇ ਰੂਪ 'ਚ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਇੱਕ ਉਪਭੋਗਤਾ ਇੱਕ ਨਿਸ਼ਚਿਤ ਸਮੇਂ 'ਤੇ ਸੰਭਵ ਕੀਮਤ 'ਤੇ ਖਰੀਦੀ ਹੈ। ਠੀਕ ਹੈ, ਅਗਰ ਆਪਾਂ ਇਸਦਾ ਟੇਬਲ ਬਣਾਉਣਾ ਹੋਵੇ ਤਾਂ ਕੀ ਕਹਿ ਸਕਦੇ ਹਾਂ? ਸਪੋਜ਼ ਕਰ ਲਓ
ਆਪਾਂ ਆਈਸਕ੍ਰੀਮ ਦੀ ਕੀਮਤ ਲੈ ਲੈਂਦੇ ਵੀ ਆਈਸਕ੍ਰੀਮ ਦੀ ਆਪਣੇ ਕੋਲ ਪਹਿਲਾਂ ਸਭ ਤੋਂ ਕੀਮਤ ਕਿੰਨੀ ਹੈ 1 ਰੁਪੀਜ਼। ਉਸ ਟਾਈਮ ਡਿਮਾਂਡ ਦੀ ਕਿੰਨੀ ਕਰ ਰਹੇ ਆ 4 ਕੁਆਂਟੀਟੀਜ਼ ਦੀ। ਅਗਰ ਆਪਣੇ ਕੋਲ ਕੀਮਤ 2 ਹੋ ਜਾਂਦੀ ਹੈ ਤਾਂ ਡਿਮਾਂਡ ਘੱਟ ਗਈ 3 ਦੀ ਰਹਿ ਗਈ। ਕੀਮਤ 3 ਦੀ ਹੋ ਜਾਂਦੀ ਹੈ ਤਾਂ ਡਿਮਾਂਡ ਹੈ 2 ਦੀ ਰਹਿ ਗਈ। ਕੀਮਤ 4 ਦੀ ਹੋ ਜਾਂਦੀ ਹੈ ਤਾਂ ਡਿਮਾਂਡ ਬਿਲਕੁਲ ਘੱਟ ਕੇ 1 ਦੀ ਰਹਿ ਗਈ। ਇਹਦਾ ਮਤਲਬ ਇਹਨਾਂ ਦੇ ਵਿੱਚ ਆਪਾਂ ਇਨਵਰਸ ਰਿਲੇਸ਼ਨ ਦਿਖਾ ਰਹੇ ਹਾਂ। ਇਸੇ ਤਰ੍ਹਾਂ ਮਾਰਕੀਟ ਡਿਮਾਂਡ ਸ਼ਡਿਊਲ ਹੈ। ਮਾਰਕੀਟ ਡਿਮਾਂਡ ਸ਼ਡਿਊਲ ਦੇ ਵਿੱਚ ਆਪਾਂ ਇਕੱਲਾ ਇੱਕ ਖਰੀਦਦਾਰ ਨਹੀਂ ਲੈਂਦੇ, ਆਪਾਂ ਸਾਰੇ ਖਰੀਦਦਾਰਾਂ ਦਾ ਟੋਟਲ ਲੈਂਦੇ ਹਾਂ। ਸੋ ਕਹਿੰਦੇ ਬਾਜ਼ਾਰ ਦੇ ਵਿੱਚ ਹਰੇਕ ਵਸਤੂ ਦੇ ਵਿੱਚ ਜੋ ਸਾਰੇ ਖਰੀਦਦਾਰ ਨੇ ਉਹ ਹੁੰਦੇ ਨੇ। ਠੀਕ ਹੈ। ਸੋ ਕਹਿੰਦੇ ਇਹਦੇ ਵਿੱਚ ਕੀ ਹੈ ਵੱਖ-ਵੱਖ ਕੀਮਤਾਂ 'ਤੇ ਕਿਸੇ ਵਸਤੂ ਦੇ ਬਾਜ਼ਾਰ ਦੇ ਵਿੱਚ ਸਭ ਖਰੀਦਦਾਰਾਂ ਦੀ ਕੁੱਲ ਮੰਗ ਨੂੰ ਪ੍ਰਗਟ ਕਰਦਾ ਹੈ। ਸੋ ਉਸ ਨੂੰ ਬਾਜ਼ਾਰ ਮੰਗ ਸੂਚੀ ਕਿਹਾ ਜਾਂਦਾ ਹੈ। ਠੀਕ ਹੈ। ਲਾਈਕ ਜਿਵੇਂ ਤੁਹਾਡੇ ਕੋਲ ਆ ਟੇਬਲ ਹੈ, ਵਸਤੂ ਆਪਾਂ ਐਕਸ ਲੈ ਲਈ ਜਿਹਦੀ ਪ੍ਰਾਈਸ ਲੈ ਲਈ 1 2 3 4। ਏ ਪਰਸਨ ਦੀ ਮੰਗ ਲੈ ਲਈ ਆਪਾਂ 4 3 2 1। ਬੀ ਪਰਸਨ ਦੀ ਮੰਗ ਲੈ ਲਓ 5 4 3 2। ਅਗਰ ਬਾਜ਼ਾਰ ਮੰਗ ਕੱਢਾਂਗੇ ਆਪਾਂ ਏ ਅਤੇ ਬੀ ਦੋਨਾਂ ਦਾ ਟੋਟਲ ਕਰਾਂਗੇ। 4 + 5 9 ਹੋ ਗਿਆ, 3 + 4 7 ਹੋ ਗਿਆ, 2 + 3 5 ਹੋ ਗਿਆ, 1 + 2 3 ਹੋ ਗਿਆ। ਇਹ ਆਪਣੇ ਕੋਲ ਬਾਜ਼ਾਰ ਮੰਗ ਸੂਚੀ ਸੀ। ਅੱਗੇ ਹੈਗਾ ਮੰਗ ਵਕਰ। ਕਹਿੰਦੇ ਮੰਗ ਸੂਚੀ ਨੂੰ ਹੀ ਜਦੋਂ ਆਪਾਂ ਚਿੱਤਰ ਰਾਹੀਂ ਪ੍ਰਗਟ ਕਰਾਂਗੇ ਉਹ ਮੰਗ ਵਕਰ ਕਹਾਉਂਦਾ। ਕਹਿਣ ਦਾ ਮਤਲਬ ਡਿਮਾਂਡ ਕਰਵ ਇਜ਼ ਗ੍ਰਾਫਿਕ ਪ੍ਰੈਜੈਂਟੇਸ਼ਨ ਆਫ ਡਿਮਾਂਡ ਸ਼ਡਿਊਲ। ਡੈਫੀਨੇਸ਼ਨ ਹੈ ਜੀ ਅੱਗੇ ਇਸ ਦੀ। ਕਹਿੰਦੇ ਆਪਣੇ ਕੋਲ ਕੀ ਹੈ ਮੰਗ ਵਕਰ ਵਸਤੂਆਂ ਦੇ ਉਹਨਾਂ ਵੱਧ ਤੋਂ ਵੱਧ ਮਾਤਰਾਵਾਂ ਨੂੰ ਪ੍ਰਗਟ ਕਰਦੀ ਹੈ ਜਿਨ੍ਹਾਂ ਨੂੰ ਉਪਭੋਗਤਾ ਸਮੇਂ ਦੀ ਇੱਕ ਨਿਸ਼ਚਿਤ ਅਵਧੀ ਵਿੱਚ ਵੱਖ-ਵੱਖ ਕੀਮਤਾਂ ਦੇ ਉੱਪਰ ਖਰੀਦਣਗੇ। ਇਹ ਵੀ ਆਪਣੇ ਕੋਲ 2 ਟਾਈਪ ਦਾ ਇੰਡੀਵਿਜੂਅਲ ਅਤੇ ਮਾਰਕੀਟ ਡਿਮਾਂਡ ਕਰਵ। ਪਹਿਲਾ ਹੈਗਾ ਇੰਡੀਵਿਜੂਅਲ ਡਿਮਾਂਡ ਕਰਵ। ਜੋ ਪਿੱਛੇ ਤੁਸੀਂ ਇੰਡੀਵਿਜੂਅਲ ਸ਼ਡਿਊਲ ਬਣਾਏ ਹੈ ਬਿਲਕੁਲ ਉਹਦੇ ਸ਼ਡਿਊਲ ਨੂੰ ਲੈ ਕੇ ਹੀ ਆਪਾਂ ਉਹਦੀ ਕਰਵ ਤਿਆਰ ਕਰ ਰਹੇ ਹਾਂ। ਓ ਐਕਸ ਦੇ ਉੱਪਰ ਆਪਾਂ ਕੀ ਲੈ ਲਈ ਜੀ ਕੁਆਂਟਿਟੀ ਲੈ ਲਈ। ਠੀਕ ਹੈ। ਓ ਵਾਈ ਦੇ ਉੱਪਰ ਕੀ ਲੈ ਲਿਆ, ਓ ਵਾਈ 'ਤੇ ਕੀ ਲੈ ਲਿਆ ਆਪਾਂ ਨੇ, ਠੀਕ ਹੈ, ਪ੍ਰਾਈਸ ਲੈ ਲਈ। ਠੀਕ ਹੈ। ਇਹਦੇ ਨਾਲ ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰਾਈਸ ਕਿੰਨੀ ਹੈ 1 ਹੈ ਤਾਂ ਉਸ ਟਾਈਮ ਕੁਆਂਟਿਟੀ ਕਿੰਨੀ ਲੈ ਰਹੇ ਹਾਂ 4 ਦੀ। 2 ਹੋ ਗਈ ਤਾਂ ਆਪਣੇ ਕੋਲ ਕੁਆਂਟਿਟੀ 3 ਦੀ ਹੈ। 3 ਹੋ ਗਈ ਤਾਂ 2 ਦੀ ਕੁਆਂਟਿਟੀ ਹੈ। 4 ਰੁਪੀਜ਼ ਹੋ ਗਈ ਪ੍ਰਾਈਸ, ਆਪਾਂ 1 ਦੀ ਕੁਆਂਟਿਟੀ ਲੈ ਰਹੇ ਹਾਂ। ਠੀਕ ਹੈ। ਸਾਰੇ ਪੁਆਇੰਟਸ ਨੂੰ ਮਿਲਾ ਦੋਗੇ ਤਾਂ ਆਪਣੇ ਕੋਲ ਇੰਡੀਵਿਜੂਅਲ ਡਿਮਾਂਡ ਕਰਵ ਬਣ ਜੂਗੀ। ਜੋ ਡੀ ਹੈ ਆਪਣੇ ਕੋਲ ਇੰਡੀਵਿਜੂਅਲ ਡਿਮਾਂਡ ਕਰਵ ਹੈ, ਜਿਹੜੀ ਆਪਾਂ ਨੂੰ ਕੀ ਸ਼ੋ ਕਰ ਰਹੀ ਹੈ ਵੀ ਕੀ ਹੈ ਇਹ ਵਿਅਕਤੀਗਤ ਮੰਗ ਵਕਰ ਹੈ। ਇੱਕ ਪਰਸਨ ਦੀ ਮੰਗ ਵਕਰ ਸ਼ੋ ਕੀਤਾ ਹੈ ਵੀ ਆਪਾਂ ਨੈਗੇਟਿਵ ਸਲੋਪ ਆਫ ਡਿਮਾਂਡ ਕਰਵ ਹੈ। ਸੈਕਿੰਡ ਹੈ ਬਾਜ਼ਾਰ ਮੰਗ ਵਕਰ ਮਾਰਕੀਟ ਡਿਮਾਂਡ ਕਰਵ। ਇਹ ਕੀ ਹੁੰਦੀ ਹੈ ਹੁਣ ਆਪਣੇ ਕੋਲ ਜਿਹੜੇ ਕਹਿੰਦੇ ਉਪਭੋਗਤਾ ਦੀਆਂ ਵੱਖ-ਵੱਖ ਕੀਮਤਾਂ ਦੇ ਉੱਪਰ ਜੋ ਮਾਤਰਾ ਖਰੀਦੀਆਂ ਗਈਆਂ ਨੇ ਉਹਨਾਂ ਦੇ ਜੋੜ ਨੂੰ ਪ੍ਰਗਟ ਕਰ ਰਹੀ ਹੈ। ਇਹ ਹੋਰੀਜ਼ੋਨਟਲ ਸਮੇਸ਼ਨ ਕਰਾਂਗੇ ਆਪਾਂ। ਦੇਖੋ ਜਿਵੇਂ ਪਿੱਛੇ ਆਪਾਂ ਮਾਰਕੀਟ ਡਿਮਾਂਡ ਸ਼ਡਿਊਲ ਬਣਾਏ ਆ ਆਪਾਂ ਉਸੇ ਦੀ ਕਰਵ ਬਣਾ ਰਹੇ ਹਾਂ। ਪਹਿਲਾਂ ਏ ਦੀ ਬਣਾ ਲਈ ਤੁਸੀਂ, ਏ ਦੀ ਤਾਂ ਆਪਾਂ ਪਹਿਲਾਂ ਵੀ ਬਣਾ ਚੁੱਕੇ ਹਾਂ। ਫਿਰ ਬੀ ਦੀ ਬਣਾ ਲਓ। ਜਿਸ ਟਾਈਮ ਆਪਾਂ 1 ਰੁਪੀਜ਼ ਲੈ ਰਹੇ ਹਾਂ ਪ੍ਰਾਈਸ ਉਸਦੀ, ਉਸ ਟਾਈਮ ਡਿਮਾਂਡ ਕਿੰਨੇ ਦੀ ਹੈ 5 ਦੀ ਹੈ, 2 ਦੇ ਉੱਪਰ 4 ਦੀ ਹੈ, 3 ਦੇ ਉੱਪਰ 3 ਦੀ ਹੈ, 4 ਦੇ ਉੱਪਰ 2 ਦੀ ਹੈ। ਸਾਰੇ ਪੁਆਇੰਟਸ ਨੂੰ ਮਿਲਾ ਦਿਓ ਤਾਂ ਬੀ ਦੀ ਡਿਮਾਂਡ ਕਰਵ ਬਣ ਗਈ। ਠੀਕ ਹੈ। ਇਹ ਦੋਨੋਂ ਡਿਮਾਂਡ ਕਰਵ ਦਾ ਪਲੱਸ ਕਰਨ ਤੋਂ ਬਾਅਦ ਆਪਣੇ ਕੋਲ ਕੀ ਬਣ ਜੂਗੀ ਮਾਰਕੀਟ ਡਿਮਾਂਡ ਕਰਵ। ਠੀਕ ਹੈ। ਮਾਰਕੀਟ ਡਿਮਾਂਡ ਕਰਵ ਹੈ ਜਿਵੇਂ ਸ਼ਡਿਊਲ ਬਣਿਆ ਹੋਇਆ ਸੇਮ ਉਸੇ ਟਾਈਪ ਦੇ ਨਾਲ ਬਣਾਈ ਹੋਈ ਹੈ। 1 ਰੁਪੀਜ਼ ਦੇ ਉੱਪਰ ਕੁਆਂਟਿਟੀ 9 ਦੀ ਹੈ, 2 ਦੇ ਉੱਪਰ ਆਪਣੇ ਕੋਲ 7 ਦੀ ਹੈ, 3 ਰੁਪੀਜ਼ ਦੇ ਉੱਪਰ 5 ਦੀ ਹੈ ਔਰ 4 ਰੁਪੀਜ਼ ਦੇ ਉੱਪਰ 3 ਦੀ ਹੈ। ਠੀਕ ਹੈ। ਸਾਰੇ ਪੁਆਇੰਟਸ ਨੂੰ ਮਿਲਾਉਣ ਤੋਂ ਬਾਅਦ ਆਪਣੇ ਕੋਲ ਕੀ ਬਣ ਗਈ ਮਾਰਕੀਟ ਡਿਮਾਂਡ ਕਰਵ। ਠੀਕ ਹੈ ਜੀ। ਅੱਗੇ ਅਗਰ ਤੁਹਾਡੇ ਕੋਲ ਮੰਗ ਵਕਰ ਹੇਠਾਂ ਨੂੰ ਕਿਉਂ ਹੁੰਦੇ ਆ, ਵਾਈ ਡਜ਼ ਡਿਮਾਂਡ ਕਰਵ ਸਲੋਪ ਡਾਊਨਵਰਡ। ਇਹਦੇ ਕੁਝ ਕਾਰਨ ਨੇ। ਪਹਿਲਾ ਹੈ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ। ਦੇਖੋ ਜੇ ਹਰੇਕ ਵਸਤੂ ਦੀ ਮੰਗ ਦਾ ਕਹਿੰਦੇ ਆਧਾਰ ਹੈ ਤੁਸ਼ਟੀਗੁਣ ਹੁੰਦਾ। ਕਿਸੇ ਵਸਤੂ ਦੀ ਕੋਈ ਵੀ ਵਿਅਕਤੀ ਮੰਗ ਕਿਉਂ ਕਰਦਾ ਹੈ ਕਿਉਂਕਿ ਉਹਦੇ ਲਈ ਉਪਯੋਗੀ ਹੈ, ਕਿਉਂਕਿ ਉਹਨੂੰ ਯੂਜ਼ ਕਰਨ ਤੋਂ ਬਾਅਦ ਸੰਤੁਸ਼ਟੀ ਮਿਲੂਗੀ ਤਾਂ ਕਰਕੇ ਕਰਦਾ ਉਸ ਦੀ ਮੰਗ। ਬਟ ਕਹਿੰਦੇ ਜਦੋਂ ਵੀ ਕੋਈ ਵਿਅਕਤੀ ਹੈ ਕਿਸੇ ਚੀਜ਼ ਨੂੰ ਦਾ ਉਪਭੋਗ ਕਰੀ ਜਾਂਦਾ ਹੈ, ਠੀਕ ਹੈ, ਤਾਂ ਉਹਨੂੰ ਪਾਉਣ ਦੀ ਜੋ ਸੰਤੁਸ਼ਟੀ ਹੈ ਜੋ ਤੁਸ਼ਟੀਗੁਣ ਹੈ ਉਹ ਕੀ ਘਟਦਾ ਜਾਂਦਾ। ਜਿਹਨੂੰ ਆਪਾਂ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਕਹਿੰਦੇ ਹਾਂ। ਮਤਲਬ ਜਦੋਂ ਆਪਾਂ ਕੋਈ ਚੀਜ਼ ਜ਼ਿਆਦਾ ਹੀ ਯੂਜ਼ ਕਰੀ ਜਾਂਦੇ ਹਾਂ ਤਾਂ ਹੌਲੀ ਹੌਲੀ ਆਪਾਂ ਨੂੰ ਘੱਟ ਉਪਯੋਗੀ ਲੱਗੀ ਜਾਂਦੀ ਹੈ। ਠੀਕ ਹੈ। ਕਹਿੰਦੇ ਇਹ ਨਿਯਮ ਦੇ ਅਨੁਸਾਰ ਕੀ ਹੈ ਵੀ ਉਪਭੋਗਤਾ ਕਿਸੇ ਵਸਤੂ ਜਿੰਨੀਆਂ ਜ਼ਿਆਦਾ ਇਕਾਈਆਂ ਖਰੀਦੂਗਾ, ਠੀਕ ਹੈ, ਉਸਦੇ ਲਈ ਉਸਨੂੰ ਅਗਲੀ ਇਕਾਈ ਦੀ ਘੱਟ ਕੀਮਤ ਦੇਣੀ ਪਊਗੀ ਕਿਉਂਕਿ ਉਪਭੋਗਤਾ ਕਿਸੇ ਚੀਜ਼ ਦੀਆਂ ਉਨੀਆਂ ਮਾਤਰਾ ਖਰੀਦਦਾ ਹੈ ਜਿਨ੍ਹਾਂ ਤੋਂ ਉਹਨੂੰ ਕੀਮਤ ਤੋਂ ਜ਼ਿਆਦਾ ਤੁਸ਼ਟੀਗੁਣ ਮਿਲੂਗਾ ਜਾਂ ਉਸਦੇ ਬਰਾਬਰ ਮਿਲੂਗਾ। ਠੀਕ ਹੈ ਜੀ। ਸੋ ਇਸ ਕਰਕੇ ਮੰਗ ਦਾ ਨਿਯਮ ਵੀ ਇਹਦੇ ਨਾਲ ਹੀ ਰਿਲੇਟਡ ਹੈ।
ਜਿਵੇਂ ਆਪਾਂ ਇਹਨਾਂ ਵਿੱਚ ਨੈਗੇਟਿਵ ਰਿਲੇਸ਼ਨ ਬਣਾ ਕੇ ਦਿਖਾਇਆ, ਇਸ ਤਰ੍ਹਾਂ ਕੀਮਤ ਦੇ ਵਿੱਚ ਤੇ ਮੰਗ ਦੇ ਵਿੱਚ ਵੀ ਉਲਟਾ ਰਿਲੇਸ਼ਨ ਹੈ, ਜਿਹਦੇ ਕਰਕੇ ਇਸ ਦੀ ਜੋ ਸਲੋਪ ਹੈ ਡਾਊਨਵਰਡ ਹੋਊਗੀ। ਸੈਕਿੰਡ ਹੈਗਾ ਆਮਦਨ ਪ੍ਰਭਾਵ। ਇੱਥੇ ਆਪਾਂ ਰੀਅਲ ਇਨਕਮ ਇਫੈਕਟ ਵੀ ਲਿਖ ਸਕਦੇ ਹਾਂ, ਅਸਲ ਆਮਦਨ ਪ੍ਰਭਾਵ। ਕਹਿੰਦੇ ਇੱਕ ਵਸਤੂ ਹੈ, ਅਗਰ ਉਹਦੀ ਆਪਣੀ ਕੀਮਤ 'ਚ ਪਰਿਵਰਤਨ ਹੁੰਦਾ, ਉਪਭੋਗ ਦੀ ਅਸਲ ਆਮਦਨ ਦੇ ਉੱਪਰ ਕਾਫੀ ਜ਼ਿਆਦਾ ਇਫੈਕਟ ਪੈਂਦਾ। ਕਹਿੰਦੇ ਜਿਵੇਂ ਸਪੋਜ਼ ਕਰ ਲਓ ਤੁਹਾਡੇ ਕੋਲ ਕਹਿੰਦੇ 300 ਰੁਪੀਜ਼ ਨੇ, ਠੀਕ ਹੈ, ਤੁਸੀਂ ਸੇਬ ਖਰੀਦਣਾ ਚਾਹੁੰਦੇ ਹੋ, ਉਹਦੀ ਕੀਮਤ ਕਿੰਨੀ ਹੈ 50 ਰੁਪੀਜ਼ ਪਰ kg, ਠੀਕ ਹੈ, 50 ਰੁਪਏ ਕਿਲੋ ਨੇ। ਕਿ ਤੁਸੀਂ ਆਪਣੀ ਜੋ 300 ਰੁਪਏ ਦੇ ਕਿੰਨੇ ਸੇਬ ਖਰੀਦ ਸਕਦੇ ਹੋ, 6 ਕਿਲੋ, ਠੀਕ ਹੈ। ਸਪੋਜ਼ ਕਰ ਲਓ ਕਹਿੰਦੇ ਉਹਨਾਂ ਦੀ ਕੀਮਤ ਘੱਟ ਗਈ, ਕਿੰਨੀ ਰਹਿ ਗਈ 40 ਰੁਪਏ ਪ੍ਰਤੀ ਕਿਲੋ ਹੋ ਗਈ। ਤਾਂ ਹੁਣ ਤੁਹਾਡੇ ਕੋਲ ਕੀ ਹੋ ਗਿਆ, 300 ਰੁਪਏ ਦੇ ਵਿੱਚੋਂ ਤੁਹਾਡੇ ਕੋਲ 60 ਰੁਪਏ ਬਚ ਜਾਣਗੇ, ਬਾਕੀ ਦੇ ਤੁਸੀਂ 6 ਕਿਲੋ ਸੇਬ ਖਰੀਦ ਲਓਗੇ, ਠੀਕ ਹੈ। ਹੁਣ ਕਹਿੰਦੇ ਜਿੰਨੇ ਵੀ ਆਪਣੇ ਕੋਲ ਹੁਣ ਤੁਹਾਡੇ ਕੋਲ 60 ਰੁਪਏ ਬਚ ਗਏ, ਤਾਂ ਮਤਲਬ ਤੁਹਾਡੀ ਅਸਲ ਆਮਦਨ ਵੱਧ ਗਈ। ਪਰ ਕਿਵੇਂ ਵਧੀ ਹੈ, ਅਗਰ ਵਸਤੂ ਦੀ ਕੀਮਤ ਘਟੀ ਹੈ, ਠੀਕ ਹੈ। ਸੋ ਇਹਦਾ ਮਤਲਬ ਕੀ ਹੈ ਵੀ ਕੀਮਤ ਘੱਟ ਹੋਣ ਦੇ ਨਾਲ ਜਿਹੜੀ ਵਸਤੂ ਦੀ ਵਿਅਕਤੀ ਦੀ ਅਸਲ ਆਮਦਨ ਹੈ ਉਹ ਵੱਧ ਜਾਂਦੀ ਹੈ, ਠੀਕ ਹੈ, ਜਿਹਦੇ ਕਰਕੇ ਸਲੋਪ ਹੈ ਡਾਊਨਵਰਡ ਹੈ। ਕਿ ਥਰਡ ਹੈਗਾ ਪ੍ਰਤੀਸਥਾਪਨ ਪ੍ਰਭਾਵ, ਸਬਸਟੀਟਿਊਸ਼ਨ ਇਫੈਕਟ। ਪ੍ਰਤੀਸਥਾਪਨ ਪ੍ਰਭਾਵ ਦਾ ਭਾਵ ਕੀ ਹੈ ਵੀ ਉਪਭੋਗਤਾ ਦੀ ਆਮਦਨ ਸਮਾਨ ਰਹਿਣ 'ਤੇ ਕਿਸੇ ਵਸਤੂ ਦੀ ਕੀਮਤ ਦੂਜੀਆਂ ਵਸਤੂਆਂ ਦੀ ਕੀਮਤ ਦੀ ਤੁਲਨਾ ਦੇ ਵਿੱਚ ਘੱਟ ਜਾਂਦੀ ਹੈ। ਤਾਂ ਕਹਿੰਦੇ ਸਸਤੀਆਂ ਵਸਤੂਆਂ ਦਾ ਦੂਜੀਆਂ ਵਸਤੂਆਂ ਦੇ ਲਈ ਪ੍ਰਤੀਸਥਾਪਨ ਕੀਤਾ ਜਾਂਦਾ, ਮਤਲਬ ਉਹਨਾਂ ਦੀ ਜਗ੍ਹਾ 'ਤੇ ਸਸਤੀਆਂ ਵਸਤੂਆਂ ਯੂਜ਼ ਕੀਤੀਆਂ ਜਾਂਦੀਆਂ ਨੇ। ਸੋ ਇਹਦਾ ਮਤਲਬ ਜਿਵੇਂ ਐਗਜ਼ਾਮਪਲ ਹੈ ਤੁਹਾਡੇ ਕੋਲ ਚਾਹ ਅਤੇ ਕੌਫੀ ਦੀ, ਕਹਿੰਦੇ ਸਪੋਜ਼ ਕਰ ਲਓ ਚਾਹ ਅਤੇ ਕੌਫੀ ਦੇ ਵਿੱਚੋਂ ਕੋਈ ਇੱਕ ਵਸਤੂ ਵਿੱਚ ਚਾਹ ਦੀ ਕੀਮਤ ਘੱਟ ਗਈ, ਤਾਂ ਕੌਫੀ ਥਾਂ 'ਤੇ ਲੋਕ ਕੀ ਕਰਨਗੇ, ਚਾਹ ਨੂੰ ਜ਼ਿਆਦਾ ਯੂਜ਼ ਕਰਨ ਲੱਗ ਜਾਣਗੇ। ਇਹਦਾ ਮਤਲਬ ਪ੍ਰਤੀਸਥਾਪਨ ਹੋ ਗਿਆ ਵੀ ਚਾਹ ਕੌਫੀ ਦੀ ਜਗ੍ਹਾ 'ਤੇ ਚਾਹ ਪੀਣ ਲੱਗ ਗਏ। ਸੋ ਇਹਦੇ ਫਲਸਰੂਪ ਉਪਭੋਗਤਾ ਦੀ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨ ਦੇ ਲਈ ਉਸ ਵਸਤੂ ਦੀ ਆਬਾਦੀ ਘਈ ਖਰੀਦੂਗਾ ਜਿਸ ਦੀ ਕੀਮਤ ਪ੍ਰਤੀਸਥਾਪਨ ਵਸਤੂ ਦੀ ਤੁਲਨਾ ਦੇ ਵਿੱਚ ਘੱਟ ਹੋਊਗੀ। ਅੱਗੇ ਅੱਗੇ ਜੀ ਆਪਣੇ ਕੋਲ ਉਪਭੋਗਤਾ ਸਮੂਹ ਦਾ ਆਕਾਰ, ਸਾਈਜ਼ ਆਫ ਕੰਜ਼ਿਊਮਰ ਗਰੁੱਪ। ਹੁਣ ਜਿਵੇਂ ਜਿਵੇਂ ਕਿਸੇ ਵਸਤੂ ਦੀ ਕੀਮਤ ਘਟੀ ਜਾਊਗੀ, ਠੀਕ ਹੈ, ਜਿਹੜੇ ਦੂਸਰੇ ਉਪਭੋਗਤਾ ਨੂੰ ਨਹੀਂ ਖਰੀਦ ਰਹੇ ਸੀ ਉਹ ਵੀ ਖਰੀਦਣ ਲੱਗ ਜਾਣਗੇ। ਇਹਦਾ ਮਤਲਬ ਕੀ ਹੈ ਵੀ ਕੰਜ਼ਿਊਮਰ ਗਰੁੱਪ ਦਾ ਜੋ ਸਾਈਜ਼ ਹੈ ਉਹ ਕੀ ਹੋ ਜਾਊਗਾ, ਵੱਧ ਜਾਊਗਾ। ਪੰਜਵਾਂ ਪੁਆਇੰਟ ਹੈ ਵੱਖ ਵੱਖ ਉਪਯੋਗ। ਕਹਿੰਦੇ ਕਈ ਵਸਤੂਆਂ ਹੀ ਇਹੋ ਜਿਹੀਆਂ ਹੁੰਦੀਆਂ ਨੇ ਜਿਸ ਨਾਲ ਦੇ ਅਲਟਰਨੇਟਿਵ ਯੂਜ਼ ਹੁੰਦੇ ਨੇ, ਵੱਖ ਵੱਖ ਯੂਜ਼ ਹੁੰਦੇ ਨੇ। ਜਿਵੇਂ ਹੁਣ ਆਪਣੇ ਕੋਲ ਦੁੱਧ ਹੈ, ਸਪੋਜ਼ ਕਰ ਲਓ ਦੁੱਧ ਦੇ ਕਾਫੀ ਜ਼ਿਆਦਾ ਯੂਜ਼ ਨੇ, ਆਪਾਂ ਤੋਂ ਚਾਹ ਵੀ ਬਣਾ ਸਕਦੇ ਹਾਂ, ਦੁੱਧ ਪੀ ਵੀ ਸਕਦੇ ਹਾਂ, ਮਠਿਆਈ ਵੀ ਬਣਾ ਸਕਦੇ ਹਾਂ, ਦਹੀਂ ਵੀ ਬਣਾ ਸਕਦੇ ਹਾਂ, ਠੀਕ ਹੈ, ਮਤਲਬ ਕਾਫੀ ਕੁਝ ਬਣਾ ਸਕਦੇ ਹਾਂ ਇਹਦਾ ਮਤਲਬ, ਠੀਕ ਹੈ। ਬਟ ਜਦੋਂ ਉਹ ਮਹਿੰਗਾ ਹੋਊਗਾ, ਜਦੋਂ ਉਹਦੀ ਕੀਮਤ ਜ਼ਿਆਦਾ ਹੋਊਗੀ ਤਾਂ ਆਪਾਂ ਸਿਰਫ ਉਹਨੂੰ ਜ਼ਰੂਰੀ ਵਸਤੂਆਂ ਦੇ ਵਿੱਚ ਯੂਜ਼ ਕਰਾਂਗੇ। ਬਟ ਜਦੋਂ ਉਹਦੀ ਕੀਮਤ ਘੱਟ ਹੋਊਗੀ, ਠੀਕ ਹੈ, ਫਿਰ ਕੀ ਕਰਾਂਗੇ, ਫਿਰ ਆਪਾਂ ਉਹਨੂੰ ਹਰ ਇੱਕ ਜਗ੍ਹਾ ਦੇ ਉੱਪਰ ਯੂਜ਼ ਕਰ ਸਕਦੇ ਹਾਂ। ਉਹਦੀ ਮਠਿਆਈ ਵੀ ਬਣਾ ਸਕਦੇ ਹਾਂ, ਦਹੀਂ ਵੀ ਬਣਾ ਸਕਦੇ ਹਾਂ, ਠੀਕ ਹੈ, ਬਾਕੀ ਆਈਸਕ੍ਰੀਮ ਬਣਾ ਸਕਦੇ ਹਾਂ ਉਸਦੀ, ਮਤਲਬ ਐਵੇਂ ਆਪਾਂ ਕਾਫੀ ਚੀਜ਼ਾਂ ਦੇ ਲਈ ਯੂਜ਼ ਕਰ ਸਕਦੇ ਹਾਂ। ਇਹਦਾ ਮਤਲਬ ਸਿਰਫ ਕੀਮਤ ਘੱਟ ਹੋਣ ਦੇ ਨਾਲ ਇਹਦੇ ਵੱਖ ਵੱਖ ਉਪਯੋਗ ਹੋਣੇ ਸ਼ੁਰੂ ਹੋ ਜਾਂਦੇ ਨੇ। ਅੱਗੇ ਆ ਗਿਆ ਨਿਯਮ ਦੇ ਅਪਵਾਦ, ਅਸੈਪਸ਼ਨਸ ਆਫ ਦੀ ਲਾਅ ਆਫ ਡਿਮਾਂਡ। ਅਸੈਪਸ਼ਨਸ ਕੀ ਹੁੰਦੇ ਨੇ ਵੀ ਉਹ ਗੱਲਾਂ ਜਿਨ੍ਹਾਂ ਦੇ ਉੱਪਰ ਇਹ ਲਾਅ ਹੈ ਜਿਹੜਾ ਅਪਲਾਈ ਨਹੀਂ ਹੁੰਦਾ, ਇਹ ਨਿਯਮ ਹੈ ਲਾਗੂ ਨਹੀਂ ਹੁੰਦਾ। ਸੋ ਜਿਹਦੇ ਕਰਕੇ ਇਹਦੀ ਸਲੋਪ ਹੈ ਅਪਵਰਡ ਹੋਊਗੀ, ਹੇਠਾਂ ਤੋਂ ਉੱਪਰ ਵੱਲ ਨੂੰ ਬਣੀ ਹੋਈ ਹੋਊਗੀ। ਜਿਵੇਂ ਆਹ ਡਾਇਗਰਾਮ ਬਣਾਈ ਹੋਈ ਹੈ ਪੋਜ਼ੀਟਿਵ ਸਲੋਪ ਦੀ। ਕਹਿੰਦੇ ਮੰਗ ਦੇ ਨਿਯਮ ਦੇ ਕੁਝ ਅਪਵਾਦ ਵੀ ਨੇ। ਅਪਵਾਦ ਦਾ ਮਤਲਬ ਵੀ ਕੀਮਤ ਵੱਧ ਹੋਣ 'ਤੇ ਮੰਗ ਵੱਧ ਜੂਗੀ, ਕੀਮਤ ਘੱਟ ਹੋਣ ਦੇ ਨਾਲ ਘੱਟ ਹੋ ਜੂਗੀ, ਠੀਕ ਹੈ। ਜਿਵੇਂ ਆਪਣੇ ਕੋਲ ਕਹਿੰਦੇ ਰਾਬਰਟ ਗਿਫਨ ਨੇ ਇਹਦਾ ਮਤਲਬ ਪ੍ਰਤੀਪਾਦਨ ਕੀਤਾ ਹੋਇਆ ਹੈ। ਤੁਹਾਡੇ ਕੋਲ ਅੱਗੇ 2-3 ਪੁਆਇੰਟ ਵੀ ਨੇ। ਫਸਟ ਹੈਗਾ ਪ੍ਰਤਿਸ਼ਠਾ ਸੂਚਕ ਵਸਤੂਆਂ, ਆਰਟੀਕਲਸ ਆਫ ਡਿਸਟਿੰਕਸ਼ਨ। ਇਹਦਾ ਮਤਲਬ ਕਿ ਆਪਾਂ ਇਹਨਾਂ ਨੂੰ ਵੈਬਲਨ ਗੁਡਸ ਵੀ ਕਹਿ ਸਕਦੇ ਹਾਂ, ਕਿਉਂਕਿ ਵੈਬਲਨ ਨੇ ਇਹਨੂੰ ਐਕਸਪਲੇਨ ਕੀਤਾ ਸੀ। ਕਹਿੰਦੇ ਉਹਨਾਂ ਦੇ ਅਨੁਸਾਰ ਕੀ ਹੈ, ਪ੍ਰਤਿਸ਼ਠਾ ਸੂਚਕ ਵਸਤੂਆਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਕੀਮਤ ਵਧਣ ਦੇ ਨਾਲ ਮੰਗ ਵੱਧ ਜਾਂਦੀ ਹੈ ਅਤੇ ਕੀਮਤ ਘੱਟ ਹੋਣ ਦੇ ਨਾਲ ਘੱਟਦੀ ਹੈ। ਜਿਵੇਂ ਹੀਰੇ ਜਵਾਹਰਾਤ ਨੇ ਜਾਂ ਕੀਮਤੀ ਕਾਲੀਨ ਨੇ। ਕਹਿੰਦੇ ਅਮੀਰ ਲੋਕ ਇਹਨਾਂ ਨੂੰ ਉਦੋਂ ਹੀ ਖਰੀਦਦੇ ਨੇ ਜਿਸ ਟਾਈਮ ਇਹ ਮਹਿੰਗੀਆਂ ਹੋ ਜਾਂਦੀਆਂ ਨੇ, ਠੀਕ ਹੈ, ਆਪਣੀ ਪ੍ਰਤਿਸ਼ਠਾ ਨੂੰ ਵਧਾਉਣ ਵਾਸਤੇ। ਸਿਰਫ ਜਿਸ ਟਾਈਮ ਇਹਨਾਂ ਦੀ ਕੀਮਤ ਵੱਧਦੀ ਹੈ ਇਹਨਾਂ ਨੂੰ ਉਦੋਂ ਖਰੀਦਿਆ ਜਾਂਦਾ। ਇਹਦਾ ਮਤਲਬ ਇਹਨਾਂ ਦੇ ਉੱਪਰ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਸੈਕਿੰਡ ਹੈਗਾ ਅਗਿਆਨਤਾ, ਇਗਨੋਰੈਂਸ। ਕਹਿੰਦੇ ਕਈ ਵਾਰੀ ਉਪਭੋਗੀ ਅਗਿਆਨੀ ਵੀ ਹੁੰਦਾ। ਕਹਿਣ ਦਾ ਮਤਲਬ ਕੀ ਹੈ ਵੀ ਉਹ ਇਹ ਸੋਚਦਾ ਹੈ ਵੀ ਜਿਸ ਚੀਜ਼ ਦੀ ਕੀਮਤ ਘੱਟ ਹੈ ਤਾਂ ਉਹ ਘਟੀਆ ਕੁਆਲਿਟੀ ਦੀ, ਜਿਹਦੀ ਕੀਮਤ ਵੱਧ ਹੈ ਉਹ ਵਧੀਆ ਕੁਆਲਿਟੀ ਦੀ ਹੈ। ਬਟ ਇਹ ਚੀਜ਼ ਗਲਤ ਹੈ। ਜ਼ਰੂਰੀ ਨਹੀਂ ਹੁੰਦਾ ਵੀ ਜਿਨ੍ਹਾਂ ਦੀ ਕੀਮਤ ਘੱਟ ਹੁੰਦੀ ਹੈ ਉਹ ਘਟੀਆ ਵਸਤੂਆਂ ਹੀ ਹੁੰਦੀਆਂ ਨੇ, ਠੀਕ ਹੈ। ਵੀ ਇਹ ਅਗਿਆਨਤਾ ਦੇ ਕਰਕੇ ਵੀ ਕਈ ਵਾਰੀ ਇਹ ਨਿਯਮ ਹੈ ਲਾਗੂ ਨਹੀਂ ਹੁੰਦਾ, ਠੀਕ ਹੈ। ਵੀ ਆਪਾਂ ਕਈ ਵਾਰ ਸੋਚ ਲੈਂਦੇ ਹਾਂ ਨਾ ਵੀ ਇਹਦੀ ਕੀਮਤ ਘੱਟ ਹੈ ਤਾਂ ਆਪਾਂ ਉਸਦੀ ਮੰਗ ਵੱਧ ਕਰਨ ਲੱਗ ਜਾਂਦੇ ਹਾਂ, ਉਸਦੀ ਮੰਗ ਘੱਟ ਕਰਨ ਲੱਗ ਜਾਂਦੇ ਹਾਂ।
ਜਦੋਂ ਚੀਜ਼ ਦੀ ਕੀਮਤ ਜ਼ਿਆਦਾ ਹੁੰਦੀ ਹੈ ਆਪਾਂ ਉਹਦੀ ਮੰਗ ਵੱਧ ਕਰਨ ਲੱਗ ਜਾਂਦੇ ਹਾਂ। ਠੀਕ ਹੈ ਜੀ। ਅੱਗੇ ਆ ਗਿਆ ਆਪਣੇ ਕੋਲ ਥਰਡ ਪੁਆਇੰਟ ਹੈ ਗਿਫਨ ਵਸਤੂਆਂ, ਗਿਫਨ ਗੁਡਸ। ਗਿਫਨ ਗੁਡਸ ਹੁਣ ਕਿਹੜੀਆਂ ਨੇ? ਇੱਕ ਟਾਈਪ ਦੀਆਂ ਘਟੀਆ ਵਸਤੂਆਂ ਹੀ ਨੇ। ਕਹਿੰਦੇ ਉਹ ਵਸਤੂ ਹੁੰਦੀਆਂ ਨੇ ਜਿਨ੍ਹਾਂ ਨੂੰ ਇੱਕ ਉਪਭੋਗਤਾ ਆਮਦਨ ਵਧਣ 'ਤੇ ਇਹਦੀ ਮੰਗ ਘੱਟ ਕਰਦਾ ਅਤੇ ਆਮਦਨ ਘੱਟ ਹੁੰਦੀ ਇਹਦੀ ਮੰਗ ਜ਼ਿਆਦਾ ਕਰ। ਸੋ ਕਹਿੰਦੇ ਗਿਫਨ ਵਸਤੂਆਂ ਦੀ ਮੰਗ ਹੈ ਕੀਮਤ ਘੱਟ ਹੋਣ ਦੇ ਨਾਲ ਘੱਟਦੀ ਹੈ ਅਤੇ ਕੀਮਤ ਵੱਧ ਹੋਣ ਦੇ ਨਾਲ ਵੱਧ ਜਾਂਦੀ ਹੈ। ਮਤਲਬ ਇਹਨਾਂ ਦਾ ਆਮਦਨ ਪ੍ਰਭਾਵ ਤਾਂ ਨੈਗੇਟਿਵ ਹੁੰਦਾ ਅਤੇ ਕੀਮਤ ਪ੍ਰਭਾਵ ਪੋਜ਼ੀਟਿਵ ਹੁੰਦਾ। ਠੀਕ ਹੈ ਜੀ। ਸੋ ਇਹ ਆਪਣੇ ਕੋਲ ਗਿਫਨ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਵੀ ਮੰਗ ਦੇ ਨਿਯਮ ਹੈ ਉਹ ਅਪਲਾਈ ਨਹੀਂ ਹੋਊਗਾ। ਅੱਗੇ ਆ ਗਿਆ ਉਹਨਾਂ ਭਵਿੱਖ ਦੇ ਵਿੱਚ ਕੀਮਤਾਂ ਦੇ ਵਿੱਚ ਕਮੀ ਜਾਂ ਵਾਧੇ ਦੀ ਉਮੀਦ। ਅਸੈਪਸ਼ਨਸ ਆਫ ਰਾਈਜ਼ ਔਰ ਫਾਲ ਇਨ ਪ੍ਰਾਈਸ ਇਨ ਫਿਊਚਰ। ਕਹਿੰਦੇ ਕਈ ਵਸਤੂਆਂ ਦੀਆਂ ਕੀਮਤਾਂ ਨੇ ਭਵਿੱਖ ਦੇ ਵਿੱਚ ਵਧਣ ਦੀ ਉਮੀਦ ਵੀ ਹੁੰਦੀ ਹੈ। ਸੋ ਕਹਿੰਦੇ ਇਸ ਲਈ ਲੋਕ ਵਰਤਮਾਨ ਦੇ ਵਿੱਚ ਕੀਮਤਾਂ ਵਧਣ ਦੇ ਬਾਵਜੂਦ ਵੀ ਵਸਤੂ ਦੀਆਂ ਵੱਧ ਇਕਾਈਆਂ ਖਰੀਦਣ ਲੱਗ ਜਾਂਦੇ ਨੇ। ਸੋ ਕਹਿੰਦੇ ਜੇਕਰ ਭਵਿੱਖ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਕੀਮਤ ਘਟ ਰਹੀਆਂ ਤਾਂ ਵਰਤਮਾਨ ਸਮੇਂ ਦੇ ਵਿੱਚ ਆਪਾਂ ਕੀ ਕਰ ਦਾਂਗੇ? ਪ੍ਰੈਜ਼ੈਂਟ ਦੇ ਵਿੱਚ ਆਪਾਂ ਉਸ ਦੀ ਡਿਮਾਂਡ ਹੈ ਘਟਾ ਦਾਂਗੇ। ਠੀਕ ਹੈ। ਇੱਥੇ ਵੀ ਦੇਖੋ ਹੁਣ ਪੋਜ਼ੀਟਿਵ ਰਿਲੇਸ਼ਨ ਬਣਿਆ, ਇਹਦਾ ਮਤਲਬ ਇਹ ਗੱਲ ਦੇ ਉੱਪਰ ਵੀ ਠੀਕ ਹੈ ਆਪਣੇ ਕੋਲ ਜੋ ਨਿਯਮ ਹੈ ਅਪਲਾਈ ਨਹੀਂ ਹੋਊਗਾ। ਅੱਗੇ ਲਾਸਟ ਆ ਗਿਆ ਵਸਤੂ ਦੀ ਪੂਰਤੀ ਘੱਟ ਹੋਣ ਦੀ ਸੰਭਾਵਨਾ। ਕਹਿੰਦੇ ਜੇਕਰ ਉਪਭੋਗਤਾ ਨੂੰ ਇਹ ਡਰ ਹੁੰਦਾ ਵੀ ਭਵਿੱਖ ਦੇ ਵਿੱਚ ਕਿਸੇ ਵਸਤੂ ਦੀ ਪੂਰਤੀ ਘੱਟ ਜੂਗੀ, ਠੀਕ ਹੈ, ਅਤੇ ਵਸਤੂ ਦੀ ਕੀਮਤ ਬਹੁਤ ਵੱਧ ਜਾਂਦੀ ਹੈ ਤਾਂ ਕਹਿੰਦੇ ਉਹ ਉਸਨੂੰ ਉਸੇ ਟਾਈਮ ਦੇ ਵਿੱਚ ਵੱਧ ਖਰੀਦ ਕੇ ਰੱਖ ਲੈਂਦਾ। ਠੀਕ ਹੈ। ਸੋ ਕਹਿੰਦੇ ਇਸ ਸਥਿਤੀ ਵਿੱਚ ਮੰਗ ਦੇ ਨਿਯਮ ਲਾਗੂ ਨਹੀਂ ਹੋਊਗਾ। ਕਹਿੰਦੇ ਜੇਕਰ ਇਹ ਵਸਤੂ ਜੀਵਨ ਦੀਆਂ ਜ਼ਰੂਰੀ ਲੋੜਾਂ ਨੇ ਜਿਵੇਂ ਮਿੱਟੀ ਦਾ ਤੇਲ ਹੈ, ਚੀਨੀ ਵਗੈਰਾ, ਸੋ ਕਹਿੰਦੇ ਉਹਦਾ ਆਪਾਂ ਪਹਿਲਾਂ ਤੋਂ ਹੀ ਸਟੋਕ ਕਰਕੇ ਰੱਖਦੇ ਹਾਂ। ਸੋ ਇਸ ਤਰ੍ਹਾਂ ਕੀਮਤ ਵਧਣ ਦੇ ਨਾਲ ਇਹਨਾਂ ਦੀ ਮੰਗ ਹੈ ਵੱਧ ਜਾਂਦੀ ਹੈ। ਠੀਕ ਹੈ ਜੀ। ਸੋ ਇਹ ਸੀਗਾ ਆਪਣੇ ਕੋਲ ਮੰਗ ਦਾ ਨਿਯਮ, ਉਹਦੀ ਐਕਸਪਲੇਨੇਸ਼ਨ ਹੈ। ਠੀਕ ਹੈ। ਔਰ ਉਸਦੇ ਅਪਵਾਦ ਵੀ ਨੇ, ਇਹਦੀ ਸਲੋਪ ਡਾਊਨਵਰਡ ਕਿਉਂ ਹੁੰਦੀ ਹੈ। ਠੀਕ ਹੈ। ਇਹ ਸਾਰਾ ਟੋਪਿਕ ਹੈ ਤੁਹਾਡਾ ਕੰਪਲੀਟ ਹੁੰਦਾ। ਓਕੇ ਬੇਟਾ।